Morning students, today we will start a new chapter financial statements analysis. Which statements? Comparative statements, common size statements and trend analysis. So firstly I will discuss with you what is financial statement analysis or financial analysis. The word analyze means to interpret something. We know that if we talk about the literal meaning of the analysis, then we can say that to interpret or to analyze the prepared accounts or documents. The term financial statements, known as analysis and interpretation of financial statements, refers to process of determining financial strength and weakness of the firm by establishing a strategic relation between the items of the balance sheet, profit and loss and other operative data. ਮੀਨਸ ਕੀ ਹੈ, ਜੇ ਆਪਾਂ ਗੱਲ ਕਰੀਏ ਫਾਈਨੈਂਸ਼ੀਅਲ ਐਨਾਲਿਸਿਸ ਦੀ, ਤਾਂ ਆਪਾਂ ਕਹਿ ਸਕਦੇ ਹਾਂ ਵੀ ਜਦੋਂ ਆਪਾਂ ਕੀ ਕਰ ਰਹੇ ਹਾਂ, ਫਾਈਨੈਂਸ਼ੀਅਲ ਸਟੇਟਮੈਂਟਸ ਨੂੰ ਪ੍ਰੀਪੇਅਰ ਕਰ ਚੁੱਕੇ ਹਾਂ, ਤਾਂ ਉਹਨੂੰ ਪ੍ਰੀਪੇਅਰ ਕਰਨ ਦੇ ਬਾਅਦ ਉਹਨਾਂ ਦੀ ਟਰੂ ਐਂਡ ਫੇਅਰ ਪਿਕਚਰ ਨੂੰ ਜੱਜ ਕਰਨ ਦੇ ਲਈ ਆਪਾਂ ਨੂੰ ਕੀ ਕਰਨਾ, ਪ੍ਰੋਪਰਲੀ ਐਨਾਲਾਈਜ਼ ਕਰਨਾ, ਈਚ ਐਂਡ ਐਵਰੀਥਿੰਗ ਦਾ ਆਪਾਂ ਨੇ ਕੀ ਕਰਨਾ, ਐਨਾਲਿਸਿਸ ਕਰਨਾ, ਅਤੇ ਫਿਰ ਐਨਾਲਿਸਿਸ ਕਰਨ ਤੋਂ ਬਾਅਦ ਉਸਨੂੰ ਕੀ ਕਰਨਾ, ਇੰਟਰਪ੍ਰੇਟ ਕਰਨਾ। ਜਦੋਂ ਆਪਾਂ ਗੱਲ ਕਰਦੇ ਹਾਂ ਇੰਟਰਪ੍ਰੀਟੇਸ਼ਨ ਦੀ, ਤਾਂ ਇੰਟਰਪ੍ਰੀਟੇਸ਼ਨ ਦਾ ਮੀਨਿੰਗ ਕੀ ਹੁੰਦਾ ਵੀ ਆਪਾਂ ਕਿਸੇ ਵੀ ਚੀਜ਼ ਦੀ ਬਰੀਫ ਦੇ ਵਿੱਚ ਇਨ ਡਿਟੇਲ ਦੇ ਵਿੱਚ ਕੀ ਕਰਦੇ ਹਾਂ, ਸਟੱਡੀ ਕਰਦੇ ਹਾਂ। ਮੀਨਸ ਆਪਾਂ ਨੇ ਕੀ ਕਰਨਾ, ਇੰਟਰਪ੍ਰੇਟ ਆਪਾਂ ਕਿਵੇਂ ਕਰ ਸਕਦੇ ਹਾਂ, ਫਾਈਨੈਂਸ਼ੀਅਲ ਸਟੇਟਮੈਂਟਸ ਦੀ ਪਰਫੋਰਮੈਂਸ ਨੂੰ ਲਾਸਟ ਈਅਰ ਦੀ ਪਰਫੋਰਮੈਂਸ ਦੇ ਨਾਲ ਆਪਾਂ ਨੇ ਕੀ ਕਰਨਾ, ਕੰਪੇਅਰ ਕਰਨਾ। ਤਾਂ ਇਹੀ ਸਭ ਚੀਜ਼ਾਂ ਕਿਸ ਦੇ ਵਿੱਚ ਆ ਜਾਂਦੀਆਂ ਨੇ, ਫਾਈਨੈਂਸ਼ੀਅਲ ਸਟੇਟਮੈਂਟ ਐਨਾਲਿਸਿਸ ਦੇ ਵਿੱਚ ਆ ਜਾਂਦੀਆਂ ਨੇ। ਸੋ ਪਰਪਜ਼ ਕੀ, ਜੇ ਆਪਾਂ ਗੱਲ ਕਰੀਏ ਆਪਾਂ ਫਾਈਨੈਂਸ਼ੀਅਲ ਸਟੇਟਮੈਂਟਸ ਐਨਾਲਿਸਿਸ ਕਰਦੇ ਕਿਉਂ ਆ। ਦ ਪਰਪਜ਼ ਆਫ ਫਾਈਨੈਂਸ਼ੀਅਲ ਐਨਾਲਿਸਿਸ ਇਜ਼ ਟੂ ਡਾਇਗਨੋਜ਼ ਦ ਇਨਫੋਰਮੇਸ਼ਨ ਕੰਟੇਨਡ ਇਨ ਫਾਈਨੈਂਸ਼ੀਅਲ ਸਟੇਟਮੈਂਟਸ। ਡਾਇਗਨੋਜ਼ ਮੀਨਸ ਕੀ ਹੈ, ਦੇਖੋ ਇੱਕ ਤਾਂ ਹੁੰਦਾ ਡਾਇਗਨੋਸਟਿਕ, ਇੱਕ ਹੁੰਦਾ ਫੋਰਮੇਟਿਵ ਅਤੇ ਇੱਕ ਕੀ ਹੁੰਦਾ ਹੈਗਾ ਸਮੇਟਿਵ। ਜੇ ਆਪਾਂ ਗੱਲ ਕਰੀਏ ਫੋਰਮੇਟਿਵ ਦੀ, ਤਾਂ ਫੋਰਮੇਟਿਵ ਦੇ ਵਿੱਚ ਕੀ ਹੁੰਦਾ, ਆਪਾਂ ਕੰਟੀਨਿਊਸਲੀ ਸਿਰਫ ਪਰਫੋਰਮੈਂਸ ਨੂੰ ਚੈੱਕ ਕਰਦੇ ਰਹਿੰਦੇ ਹਾਂ। ਬਟ ਜੇ ਆਪਾਂ ਗੱਲ ਕਰੀਏ ਡਾਇਗਨੋਸਟਿਕ ਦੀ, ਤਾਂ ਡਾਇਗਨੋਸਟਿਕ ਰਿਵਿਊ ਦੇ ਵਿੱਚ ਕੀ ਹੁੰਦਾ ਹੈ, ਜੇ ਕੋਈ ਵੀ ਕਿਤੇ ਵੀ ਪ੍ਰੋਬਲਮ ਹੈ, ਆਪਾਂ ਉਸ ਪ੍ਰੋਬਲਮ ਨੂੰ ਹੀ ਫਾਈਂਡ ਆਊਟ ਕਰਨਾ ਅਤੇ ਉਸ ਹੀ ਇੱਕ ਪਰਟੀਕੂਲਰ ਪ੍ਰੋਬਲਮ ਦਾ ਸਲਿਊਸ਼ਨ ਕਰਨਾ। ਬਟ ਥਰਡ ਕੀ ਹੈ, ਸਮੇਟਿਵ। ਸਮੇਟਿਵ ਮੀਨਸ ਕੀ ਹੈ, ਐਟ ਦੀ ਐਂਡ ਕਿਸੇ ਚੀਜ਼ ਨੂੰ ਕੀ ਕਰਨਾ, ਐਨਾਲਾਈਜ਼ ਕਰਨਾ ਅਤੇ ਇੰਟਰਪ੍ਰੇਟ ਕਰਨਾ। ਤਾਂ ਜੇ ਆਪਾਂ ਨੇ ਫਾਈਨੈਂਸ਼ੀਅਲ ਸਟੇਟਮੈਂਟਸ ਦਾ ਐਨਾਲਿਸਿਸ ਕਰਨਾ, ਤਾਂ ਹੀ ਇਸ ਤਰ੍ਹਾਂ ਹੀ ਪੋਸੀਬਲ ਜੇ ਆਪਾਂ ਕਿਹੜਾ ਮੈਥਡ ਲਗਾ ਰਹੇ ਹਾਂ, ਡਾਇਗਨੋਸਟਿਕ ਮੈਥਡ ਕਰਕੇ ਕ੍ਰਿਟੀਕਲ ਇਵੈਲੂਏਸ਼ਨ ਕਰ ਰਹੇ ਹਾਂ, ਕਿਉਂਕਿ ਡਾਇਗਨੋਸਟਿਕ ਦੇ ਨਾਲ ਹੀ ਆਪਾਂ ਕੀ ਕਰ ਸਕਦੇ ਹਾਂ, ਪ੍ਰੋਬਲਮ ਨੂੰ ਫਾਈਂਡ ਆਊਟ ਕਰ ਸਕਦੇ ਹਾਂ, ਅਤੇ ਪ੍ਰੋਬਲਮ ਨੂੰ ਫਾਈਂਡ ਆਊਟ ਕਰਨ ਦੇ ਬਾਅਦ ਹੀ ਕੀ ਕਰ ਸਕਦੇ ਹਾਂ, ਪਰਟੀਕੂਲਰ ਸੋਲਿਊਸ਼ਨ ਲੱਭ ਸਕਦੇ ਹਾਂ। ਦੈਨ ਨੈਕਸਟ ਇਜ਼ ਓਬਜੈਕਟਿਵਸ ਐਂਡ ਇੰਪੋਰਟੈਂਸ ਆਫ ਫਾਈਨੈਂਸ਼ੀਅਲ ਸਟੇਟਮੈਂਟ ਐਨਾਲਿਸਿਸ। ਆਪਾਂ ਕਰਦੇ ਕਿਉਂ ਆ, ਇਹਦੇ ਓਬਜੈਕਟਿਵਸ ਕੀ ਨੇ, ਟੂ ਅਸੈਸ ਦੀ ਅਰਨਿੰਗ ਕੈਪੈਸਿਟੀ ਔਰ ਪ੍ਰੋਫਿਟੇਬਿਲਿਟੀ। ਆਪਾਂ ਨੂੰ ਪਤਾ ਵੀ ਜੇ ਆਪਾਂ ਪ੍ਰੋਪਰ ਇੰਟਰਪ੍ਰੀਟੇਸ਼ਨ ਕਰਾਂਗੇ, ਐਨਾਲਿਸਿਸ ਕਰਾਂਗੇ ਨਾ, ਪ੍ਰੋਬਲਮ ਦੇ ਸੋਲਿਊਸ਼ਨਸ ਨੂੰ ਫਾਈਂਡ ਆਊਟ ਕਰਾਂਗੇ ਵੀ ਕਿੱਥੇ ਪ੍ਰੋਬਲਮ ਆ ਰਹੀ ਹੈ। ਸਪੋਜ਼ ਕਰੋ ਆਪਣੀ ਸੇਲਸ ਕੀ ਹੋ ਰਹੀ ਹੈ, ਕੰਟੀਨਿਊਸਲੀ ਡਿਕਰੀਜ਼ ਹੋ ਰਹੀ ਹੈ, ਆਪਣੇ ਅਕਾਊਂਟਸ 'ਤੇ ਸ਼ੋ ਕਰ ਰਹੇ ਨੇ, ਤਾਂ ਆਪਾਂ ਕੀ ਕਰਾਂਗੇ, ਉਹਦੀ ਡਾਇਗਨੋਸਟਿਕ ਇਵੈਲੂਏਸ਼ਨ ਹੀ ਕਰਾਂਗੇ। ਡਾਇਗਨੋਸਟਿਕ ਮੀਨਸ ਕਿ ਪ੍ਰੋਬਲਮ ਨੂੰ ਫਾਈਂਡ ਆਊਟ ਕਰਾਂਗੇ, ਤਾਂ ਆਪਣੀ ਪ੍ਰੋਫਿਟੇਬਿਲਿਟੀ ਆਪਣੇ ਆਪ ਹੀ ਕੀ ਹੋ ਜਾਏਗੀ, ਇਨਕਰੀਜ਼ ਹੋ ਜਾਏਗੀ। ਆਪਰੇਸ਼ਨਲ ਐਫੀਸ਼ੀਐਂਸੀ ਇਨਕਰੀਜ਼ ਕਰਨਾ, ਸ਼ਾਰਟ ਟਰਮ ਅਤੇ ਲੌਂਗ ਟਰਮ ਸੋਲਵੈਂਸੀ ਪੋਜੀਸ਼ਨ ਫਾਈਂਡ ਆਊਟ ਕਰਨਾ, ਫੋਰਕਾਸਟ ਕਰਨਾ। ਫੋਰਕਾਸਟ ਮੀਨਸ ਕੀ, ਆਪਾਂ ਨੇ ਫਿਊਚਰ ਨੂੰ ਪ੍ਰੈਡਿਕਟ ਕਰਨਾ। ਡਿਸੀਜ਼ਨ ਮੇਕਿੰਗ ਦੇ ਵਿੱਚ ਅਤੇ ਡਿਵੀਡੈਂਡ ਡਿਸੀਜ਼ਨ ਦੇ ਵਿੱਚ ਵੀ ਕੀ ਕਰਦੇ ਨੇ, ਹੈਲਪ ਕਰਦੇ ਨੇ। ਐਂਡ ਇੰਪੋਰਟੈਂਟ ਇਨਫੋਰਮੇਸ਼ਨ ਫॉर ਗ੍ਰਾਂਟਿੰਗ ਕ੍ਰੈਡਿਟ। ਕ੍ਰੈਡਿਟ ਦੇ ਲਈ ਵੀ ਆਪਣੇ ਕੀ ਫਿਰ ਪੋਸੀਬਲ ਹੈ, ਜੇ ਆਪਣੇ ਫਾਈਨੈਂਸ਼ੀਅਲ ਸਟੇਟਮੈਂਟਸ ਆਪਣੀਆਂ ਟਰੂ ਨੇਗੀਆਂ। ਦੈਨ ਪਾਰਟੀਜ਼ ਇੰਟਰਸਟਡ। ਹੁਣ ਫਾਈਨੈਂਸ਼ੀਅਲ ਐਨਾਲਿਸਿਸ ਆਪਾਂ ਕਰਦੇ ਕਿਉਂ, ਕਿਹੜੀਆਂ ਪਾਰਟੀਜ਼ ਜਿਨ੍ਹਾਂ ਨੂੰ ਕੀ ਹੁੰਦਾ, ਇੰਟਰਸਟ ਹੁੰਦਾ। ਆਪਾਂ ਮੈਨੇਜਮੈਂਟ ਦੇ ਵਿੱਚ ਕਰ ਰਹੇ ਹਾਂ ਵੀ ਮੈਨੇਜਮੈਂਟ ਇਜ਼ ਐਨ ਆਰਟ ਆਫ ਗੈਟਿੰਗ ਥਿੰਗਸ ਡਨ ਥਰੂ ਅਦਰਸ। ਡਨ ਥਰੂ ਅਦਰਸ ਮੀਨਸ ਕਿ ਵੀ ਦੂਜਿਆਂ ਦੇ ਦੁਆਰਾ ਕੀਤੇ ਗਏ ਕੰਮ ਨੂੰ ਆਪਾਂ ਕੀ ਕਰਦੇ ਹਾਂ, ਯੂਜ਼ ਕਰਦੇ ਹਾਂ। ਕੀਤੇ ਕੰਮ ਨੂੰ ਆਪਾਂ ਕੀ ਕਰਦੇ ਹਾਂ, ਯੂਜ਼ ਕਰਦੇ ਹਾਂ। ਤਾਂ ਕਿਹੜੀਆਂ ਪਾਰਟੀਜ਼ ਦੇ ਲਈ ਫਾਈਨੈਂਸ਼ੀਅਲ ਸਟੇਟਮੈਂਟਸ ਆਪਾਂ ਪ੍ਰੀਪੇਅਰ ਕਰਦੇ ਹਾਂ ਪਹਿਲਾਂ, ਤਾਂ ਫਿਰ ਉਹਨੂੰ ਐਨਾਲਿਸਿਸ ਕਰਦੇ ਹਾਂ। ਫਸਟ ਇਨਵੈਸਟਰਸ, ਮੈਨੇਜਮੈਂਟ, ਕ੍ਰੈਡੀਟਰਸ, ਬੈਂਕਰਸ, ਗਵਰਨਮੈਂਟ, ਟ੍ਰੇਡ ਐਸੋਸੀਏਸ਼ਨ, ਸਟਾਕ ਐਕਸਚੇਂਜਸ, ਟੈਕਸੇਸ਼ਨ ਅਥਾਰਟੀਜ਼। ਤਾਂ ਇਹਨਾਂ ਸਾਰੀਆਂ ਪਾਰਟੀਜ਼ ਦੇ ਲਈ ਕੀ ਹੈ, ਫਾਈਨੈਂਸ਼ੀਅਲ ਐਨਾਲਿਸਿਸ ਬਹੁਤ ਇੰਪੋਰਟੈਂਟ ਹੈ। ਨੈਕਸਟ ਟੌਪਿਕ ਇਜ਼ ਟਾਈਪਸ ਆਫ ਫਾਈਨੈਂਸ਼ੀਅਲ ਐਨਾਲਿਸਿਸ। ਟਾਈਪਸ ਕਿਹੜੇ ਨੇ। ਫਸਟ ਕੀ ਹੈ, ਆਪਾਂ ਔਨ ਦੀ ਬੇਸਿਸ ਆਫ ਮਟੀਰੀਅਲ ਯੂਜ਼ਡ ਕਰ ਰਹੇ ਹਾਂ, ਜਾਂ ਆਪਾਂ ਔਨ ਦੀ ਬੇਸਿਸ ਆਫ ਮੋਡਿਊਸ ਆਪਰਨੇਟੀ ਦੀ ਬੇਸਿਸ 'ਤੇ ਕਰ ਰਹੇ ਹਾਂ। ਮੋਡਿਊਸ ਹੁੰਦਾ ਵੀ ਆਪਣੇ ਕੋਲ ਪੈਟਰਨ ਕੀ ਹੈ, ਆਪਾਂ ਹੌਰੀਜ਼ੋਂਟਲੀ ਕਰ ਰਹੇ ਹਾਂ ਜਾਂ ਵਰਟੀਕਲੀ ਕਰ ਰਹੇ ਹਾਂ। ਫਸਟ ਇਜ਼ ਐਕਸਟਰਨਲ ਐਨਾਲਿਸਿਸ ਔਰ ਇੰਟਰਨਲ ਐਨਾਲਿਸਿਸ। ਦੇਖੋ ਜੇ ਤਾਂ ਆਪਾਂ ਫਾਈਨੈਂਸ਼ੀਅਲ ਸਟੇਟਮੈਂਟਸ ਦੀ ਐਕਸਟਰਨਲ ਪੁਆਇੰਟ ਆਫ ਵਿਊ ਸਟੱਡੀ ਕਰ ਰਹੇ ਹਾਂ। ਹੁਣ ਐਕਸਟਰਨਲ ਦੇਖੋ ਆਪਾਂ ਨੇ ਪੜ੍ਹੇ ਨੇ, ਮੈਕਰੋ ਫੈਕਟਰਸ ਕੀਤੇ ਨੇ ਤੁਸੀਂ ਬਿਜ਼ਨਸ ਇਨਵਾਇਰਮੈਂਟ ਦੇ ਵਿੱਚ। ਮੈਕਰੋ ਫੈਕਟਰਸ ਕਿਹੜੇ ਹੁੰਦੇ ਨੇ, ਇਕੋਨਮਿਕ, ਪੋਲੀਟੀਕਲ, ਲੀਗਲ, ਕਲਚਰਲ, ਸੋਸ਼ਲ, ਇਕੋਨਮਿਕ। ਇਹ ਸਾਰੇ ਕੀ ਹੁੰਦੇ ਨੇ ਕਿ ਆਊਟ ਆਫ ਯਰ ਕੰਟਰੋਲ ਹੁੰਦੇ ਨੇ, ਮੀਨਸ ਤੁਹਾਡਾ ਕੋਈ ਕੰਟਰੋਲ ਨਹੀਂ ਹੁੰਦਾ ਹੈਗਾ ਮੈਕਰੋ ਫੈਕਟਰਸ ਦੇ ਉੱਤੇ। ਬਟ ਜੇ ਆਪਾਂ ਗੱਲ ਕਰੀਏ ਇੰਟਰਨਲ ਦੀ, ਤਾਂ ਇੰਟਰਨਲ ਕਿਹੜੇ ਹੋ ਸਕਦੇ ਨੇ ਕਿ ਬਿਜ਼ਨਸ ਦੇ ਰਿਲੇਟਡ ਹੋ ਸਕਦੇ ਨੇ, ਲਾਈਕ ਕੰਪਨੀ ਸਟ੍ਰੈਟਜੀ, ਕੰਪਨੀ ਇਮੇਜ, ਕੰਪਨੀ ਪੋਲਿਸੀਜ਼, ਰਿਲੇਸ਼ਨਸ, ਇੰਪਲੋਇਜ਼। ਇਹ ਸਾਰੇ ਕੀ ਨੇ,
ਇੰਟਰਨਲ ਨੇ। ਤਾਂ ਐਕਸਟਰਨਲ ਐਨਾਲਿਸਿਸ ਜੇ ਆਪਾਂ ਗੱਲ ਕਰੀਏ, ਐਕਸਟਰਨਲ ਐਨਾਲਿਸਿਸ ਕੀਤਾ ਜਾਂਦਾ ਆਊਟਸਾਈਡ ਪਾਰਟੀਜ਼ ਦੇ ਦੁਆਰਾ। ਦੇਖੋ ਬਸ ਸਭ ਤੋਂ ਬੈਸਟ ਐਗਜ਼ਾਮਪਲ ਇਹਦੇ ਵਿੱਚ ਆਡੀਟਰ ਦੀ ਆ ਗਈ। ਆਡੀਟਰ ਨੇ ਆ ਕੇ ਆਪਣੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਨੂੰ ਐਨਾਲਾਈਜ਼ ਕਰਿਆ, ਚੈੱਕਆਊਟ ਕੀਤਾ, ਤਾਂ ਉਹ ਕੀ ਇੱਕ ਐਕਸਟਰਨਲ ਐਨਾਲਿਸਿਸ ਹੈ। ਬਟ ਜੇ ਉਹੀ ਕੋਈ ਇੰਪਲਾਈ ਕਰ ਰਿਹਾ, ਕੋਈ ਵਰਕਰ ਕਰ ਰਿਹਾ, ਕੋਈ ਮੈਨੇਜਮੈਂਟ ਦਾ ਹੀ ਪਰਸਨ ਕਰ ਰਿਹਾ, ਤਾਂ ਉਹ ਕੀ ਹੋਗਾ, ਇੰਟਰਨਲ ਹੀ ਹੈ, ਤਾਂ ਉਹ ਕੀ ਹੈ, ਇੰਟਰਨਲ ਐਨਾਲਿਸਿਸ ਹੈ। ਦੈਨ ਆਪਣੇ ਕੋਲ ਹੌਰੀਜ਼ੋਂਟਲ, ਇੱਕ ਹੁੰਦਾ ਹੌਰੀਜ਼ੋਂਟਲ, ਇੱਕ ਹੁੰਦਾ ਵਰਟੀਕਲ। ਵਰਟੀਕਲ ਦੀ ਆਪਾਂ ਗੱਲ ਕਰੀਏ, ਵਰਟੀਕਲ ਦੇ ਵਿੱਚ ਕੀ ਹੁੰਦਾ, ਟੌਪ ਟੂ ਲੋਅਰ ਆਉਣਾ। ਟੌਪ ਟੂ ਲੋਅਰਸ ਕੀ ਆਉਂਦੇ ਨੇ, ਸਿਰਫ ਆਰਡਰਸ ਆਉਂਦੇ ਨੇ। ਲੋਅਰ ਟੂ ਅੱਪਰ ਕੀ ਜਾਂਦੀਆਂ ਨੇ, ਸਿਰਫ ਸੁਜੈਸ਼ਨਸ ਜਾਂਦੀਆਂ ਨੇ, ਕਿਆ ਆਪਣੇ ਆਪਣੇ ਵਿਊਜ਼ ਜਾਂਦੇ ਨੇ ਕਿਸੇ ਇੱਕ ਟੌਪਿਕ ਨੂੰ ਲੈ ਕੇ। ਫਸਟ ਹੌਰੀਜ਼ੋਂਟਲ ਐਨਾਲਿਸਿਸ। ਹੌਰੀਜ਼ੋਂਟਲ ਦੇ ਵਿੱਚ ਕੀ ਹੁੰਦਾ, ਦੇਖੋ ਜੇ ਆਪਾਂ ਇੱਕ ਬਿਜ਼ਨਸ ਦੀ ਗੱਲ ਕਰਦੇ ਹਾਂ ਤਾਂ ਹੌਰੀਜ਼ੋਂਟਲ ਕੀ ਹੁੰਦੇ ਨੇ, ਸੇਮ ਡਿਪਾਰਟਮੈਂਟ ਸੇਮ ਅਥੋਰਿਟੀ। ਆਪਾਂ ਗੱਲ ਕਰਦੇ ਸਿਰਫ ਮੈਨੇਜਮੈਂਟ ਦੀ ਗੱਲ ਕਰ ਰਹੇ ਹਾਂ, ਐਨਾਲਿਸਿਸ ਦੇ ਪਵਾ ਦੇ ਵਿੱਚ ਗੱਲ ਕਰਦੇ ਹਾਂ। ਹੌਰੀਜ਼ੋਂਟਲ ਦੇ ਵਿੱਚ ਕੀ ਹੁੰਦਾ, ਸੇਮ ਡਿਪਾਰਟਮੈਂਟ ਦੇ ਪਰਸਨ ਹੈ, ਕੋਈ ਸੇਮ ਵਰਕ ਹੈ, ਦੂਜੇ ਨਾਲ ਕੀ ਕਰ ਰਿਹਾ, ਉਹ ਕਮਿਊਨੀਕੇਟ ਕਰ ਰਿਹਾ, ਦੋਨਾਂ ਕੋਲ ਸੇਮ ਪਾਵਰ ਹੈ, ਸੇਮ ਅਥੋਰਿਟੀ ਹੈ, ਸੇਮ ਹੀ ਡੈਜ਼ੀਨੇਸ਼ਨ ਹੈ, ਤਾਂ ਉਹ ਬਸ ਕੀ ਕਰ ਰਹੇ ਨੇ, ਆਪਸ ਦੇ ਵਿੱਚ ਕਮਿਊਨੀਕੇਟ ਕਰ ਰਹੇ ਨੇ। ਬਟ ਇੱਕ ਆਪਾਂ ਕਰਦੇ ਹੁੰਦੇ ਹਾਂ ਡਾਇਗੋਨਲ। ਡਾਇਗੋਨਲ ਦੇ ਵਿੱਚ ਕੀ ਹੁੰਦਾ ਸੀਗਾ ਵੀ ਡਿਫਰੈਂਟ ਕੀ ਸੀ, ਉਹਨਾਂ ਦਾ ਸਟੇਟਸ ਅਲੱਗ-ਅਲੱਗ ਸੀ। ਜਿਵੇਂ ਹੋ ਸਕਦਾ ਹੈ ਟੌਪ ਲੈਵਲ ਦੇ ਮੈਨੇਜਰ ਦੇ ਨਾਲ ਕੋਈ ਬਿਲਕੁਲ ਹੀ ਲੋਅਰ ਲੈਵਲ ਦਾ ਵਰਕਰ ਕਮਿਊਨੀਕੇਟ ਕਰ ਰਿਹਾ, ਤਾਂ ਉਹ ਕਿਸੇ ਡਾਇਗੋਨਲ ਸੀਗਾ। ਤਾਂ ਜੇ ਆਪਾਂ ਗੱਲ ਕਰੀਏ ਹੌਰੀਜ਼ੋਂਟਲ ਦੀ, ਤਾਂ ਹੌਰੀਜ਼ੋਂਟਲ ਦੇ ਵਿੱਚ ਕੰਮ ਕੀ ਹੈ, ਸਟੇਟਸ ਕੀ ਹੈ, ਸੇਮ ਹੈ। ਤਾਂ ਹੌਰੀਜ਼ੋਂਟਲ ਐਨਾਲਿਸਿਸ ਕੀ ਹੈ, ਹੌਰੀਜ਼ੋਂਟਲ ਐਨਾਲਿਸਿਸ ਦਾ ਮੀਨਸ ਕੀ ਹੈ, ਆਪਾਂ ਈਅਰ ਟੂ ਈਅਰ ਕੰਪੈਰੀਜ਼ਨ ਕਰ ਰਹੇ ਹਾਂ। ਈਅਰ ਟੂ ਈਅਰ ਆਪਣੀ ਹੀ ਫਰਮ ਹੈ, ਆਪਣੀ ਹੀ ਫਰਮ ਨਾਲ ਆਪਾਂ ਕੀ ਕਰ ਰਹੇ ਹਾਂ, ਉਸਦਾ ਕੰਪੈਰੀਜ਼ਨ ਕਰ ਰਹੇ ਹਾਂ। ਜੇ ਆਪਾਂ ਗੱਲ ਕਰੀਏ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਇੱਕ ਡਿਪਾਰਟਮੈਂਟ, ਸਪੋਜ਼ ਕਰੋ ਆਪਾਂ ਪ੍ਰੋਡਕਸ਼ਨ ਡਿਪਾਰਟਮੈਂਟਸ ਦੇ ਅਕਾਊਂਟਸ ਦਾ ਐਨਾਲਿਸਿਸ ਕਰ ਰਹੇ ਹਾਂ, ਤਾਂ ਡਿਪਾਰਟਮੈਂਟ ਪ੍ਰੋਡਕਸ਼ਨ ਹੀ ਹੈ। ਦੇਖੋ ਬਸ ਆਪਾਂ ਕੀ ਕਰ ਰਹੇ ਹਾਂ, ਈਅਰ ਟੂ ਈਅਰ ਲਾਸਟ ਈਅਰ ਦੇ ਨਾਲ ਉਸਦੀ ਕੀ ਕਰ ਰਹੇ ਹਾਂ, ਕੰਪੈਰੀਟੇਬਿਲਿਟੀ ਕਰ ਰਹੇ ਹਾਂ, ਕਿਸ ਚੀਜ਼ ਲਈ, ਟ੍ਰੈਂਡ ਐਨਾਲਿਸਿਸ ਨੂੰ ਚੈੱਕ ਕਰਨ ਦੇ ਲਈ। ਬਟ ਜੇ ਆਪਾਂ ਗੱਲ ਕਰੀਏ ਵਰਟੀਕਲ ਐਨਾਲਿਸਿਸ ਦੀ, ਤਾਂ ਵਰਟੀਕਲ ਐਨਾਲਿਸਿਸ ਦੇ ਵਿੱਚ ਕੀ ਹੁੰਦਾ, ਟੌਪ ਟੂ ਬਾਟਮ। Vertical analysis refers to study of relation of various items in the financial statements of one accounting period. The figures from financial statements of a year compared with the base selected from the same year's statement. ਇਹਦੇ ਵਿੱਚ ਆਪਾਂ ਕੀ ਕਰ ਰਹੇ ਹਾਂ, ਸਟੈਟਿਕ ਐਨਾਲਿਸਿਸ ਕਰ ਰਹੇ ਹਾਂ, ਕਿਸੇ ਇੱਕ ਈਅਰ ਨੂੰ ਹੀ ਬੇਸ ਮੰਨ ਕੇ ਐਵਰੀ ਈਅਰ ਆਪਾਂ ਕੀ ਕਰ ਰਹੇ ਹਾਂ, ਉਸ ਦੇ ਨਾਲ ਹੀ ਕੰਪੈਰੇਬਿਲਿਟੀ ਕਰ ਰਹੇ ਹਾਂ। ਜਦ ਕਿ ਮੈਂ ਹੌਰੀਜ਼ੋਂਟਲ ਦੇ ਵਿੱਚ ਕੀ ਦੱਸਿਆ ਤੁਹਾਨੂੰ, ਹੌਰੀਜ਼ੋਂਟਲ ਦੇ ਵਿੱਚ ਇਹ ਸੀਗਾ ਵੀ ਆਪਾਂ ਕੀ ਕਰ ਰਹੇ ਹਾਂ, ਈਅਰ ਟੂ ਈਅਰ ਕਰ ਰਹੇ ਹਾਂ, ਡਾਇਨਾਮਿਕ ਕਰ ਰਹੇ ਹਾਂ, ਆਪਣੀ ਪਰਫੋਰਮੈਂਸ ਨੂੰ ਚੈੱਕਆਊਟ। ਸੋ ਨੈਕਸਟ ਕਲਾਸ ਦੇ ਵਿੱਚ ਆਪਾਂ ਕਰਾਂਗੇ procedure. Thanks.